लो जी सत श्री अकाल जी सारिਆਂ ਨੂੰ मैं ਤੁਹਾਡਾ ਵੀਰ ਸਾਹਿਬ ਤੇ ਜ਼ਿਮੀਦਾਰ ਵੀਰ ਚੈਨਲ ਤੇ ਤੁਹਾਡਾ ਸਵਾਗਤ ਹੈ। ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣੇ ਇੱਥੇ ਧਰਨਾ ਚੱਲਣ ਦਿਆ ਸੀ ਆਪਣਾ ਜ਼ਿਮੀਦਾਰਾਂ ਦਾ ਲਗਾਤਾਰ ਤੇ ਆਪਣੇ ਪ੍ਰਧਾਨ ਜੀ ਆਏ ਨੇ ਮੀਟਿੰਗ ਕਰਕੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਜੀਆਂ ਕਰਨੀਆਂ ਹਨ। ਕੁਝ ਗੱਲਾਂ ਬਾਤਾਂ ਵੇਖੀਆਂ ਵੀ ਬੜਾ ਕੁਝ ਟੀਵੀ ਤੇ ਖਬਰਾਂ ਤੇ ਹੋਰ ਕੋਈ ਹਿਸਾਬ ਕਿਤਾਬ ਤੇ ਹੁਣ ਪ੍ਰਧਾਨ ਜੀ ਨਾਲ ਹੀ ਗੱਲ ਕਰਨੇ ਆ। ਤੇ ਸਾਰਿਆਂ ਨੂੰ ਪਹਿਲਾਂ ਸਤਿ श्री अकाल जी। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਇੱਕ ਵਾਰੀ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤੇ ਮੇਰਾ ਜਤਿੰਦਰ ਵੀਰ ਵੀ ਹੈ ਪਿੱਛੇ। ਜਤਿੰਦਰ ਵੀਰ ਆ ਜਾ ਮੇਰਾ ਨਾਲ। ਤੇ ਪ੍ਰਧਾਨ ਜੀ ਇੱਕ ਗੱਲ ਹੋਰ ਵੀ ਹੈ, ਵੇਖੋ ਤੁਸੀਂ ਸਾਡੇ ਪ੍ਰਧਾਨ ਹੋ, ਠੀਕ ਹੈ ਜੀ। ਆਪਣੀ ਲੜਾਈ ਚੱਲਣ ਦੀ ਪਟਿਆਲੇ ਮੀਟਿੰਗ ਹੋਈ ਹੈ, ਵੇਖੋ ਟੀਵੀ ਟੂ ਵਿੱਚ ਬੜਾ ਕੁਝ ਵੇਖਦੇ ਰਹੇ ਆ। ਤੇ ਤੁਹਾਨੂੰ ਪਤਾ ਜੱਟਾਂ ਵਾਲਾ ਦਿਮਾਗ ਵੇਖ ਇੰਨੀ ਗੱਲ ਸਾਨੂੰ ਸਮਝ ਆਉਂਦੀ ਕੋਈ ਨਹੀਂ। ਤੇ ਸਿੱਧਾ ਜਿਹਾ ਪੁੱਛਾਂਗੇ ਸਿੰਪਲ ਜਿਹਾ ਵੀ ਜੱਟਾਂ ਵਾਲੀ ਭਾਸ਼ਾ 'ਚ ਸਾਨੂੰ ਦੱਸਿਓ ਵੀ ਕੀ ਹਿਸਾਬ ਕਿਤਾਬ ਹੈ ਜੀ, ਵੀ ਕੀ ਮੀਟਿੰਗ ਰਹੀ, ਕਿਵੇਂ ਰਿਹਾ, ਤੁਹਾਡਾ ਮੂਡ ਕੀ ਆਉਂਦਾ ਇੱਕ ਜੱਟਾਂ ਵਾਲੇ ਹਿਸਾਬ ਨਾਲ ਹੀ। ਜੱਟਾਂ ਦੇ ਹਿਸਾਬ ਨਾਲ ਸ਼ੁੱਧ ਪੰਜਾਬੀ 'ਚ ਹਾਂ ਸਰਕਾਰ ਸਾਨੂੰ ਫੁੱਦੂ ਬਣਾ ਰਹੀ ਹੈ। ਹਾਂ ਜਮਾਂ ਜੱਟਾਂ ਵਾਲੀ ਕਹਾਵਤ ਹੁੰਦੀ ਹੈ, ਹਾਂ ਜਮਾਂ ਸਾਨੂੰ ਬੇਵਕੂਫ ਬਣਾ ਰਹੀ ਹੈ। ਅਸੀਂ ਬਣ ਰਹੇ ਹਾਂ। ਸਾਨੂੰ ਦੋ ਹਿੱਸਿਆਂ 'ਚ ਵੰਡਣਾ ਚਾਹੁੰਦੀ ਹੈ ਸਰਕਾਰ। ਸਰਕਾਰ ਦੇ ਮਨ 'ਚ ਕੀ ਹੈ, ਹੌਲੀ ਹੌਲੀ ਇਹਨਾਂ ਨੂੰ ਖੰਡਾ ਦਿਓ। ਹਾਂ ਮੈਂ ਤਾਂ ਸਿੱਧੀ ਪੰਜਾਬੀ 'ਚ ਹੀ ਗੱਲ ਕਰਦਾ ਸਰਕਾਰ ਨਾਲ। ਸਰਕਾਰ ਪੰਜਾਬ ਸਰਕਾਰ ਕਿਸਾਨ ਨਾਲ ਖੜ ਜੇ ਆ ਕੇ, ਤੇ ਸੈਂਟਰ ਦੀ ਕੀ ਜ਼ਰੂਰਤ ਹੈ ਵੀ ਸਾਡਾ ਕੋਈ ਨੁਕਸਾਨ ਕਰ ਜੂ। ਸੈਂਟਰ ਤੇ ਪੰਜਾਬ ਸਰਕਾਰ ਰਲ ਕੇ ਕਿਸਾਨ ਨੂੰ ਮਾਰ ਰਹੀ ਹੈ। ਇੱਥੇ ਸਾਨੂੰ 7 ਦਿਨ ਹੋ ਗਏ ਰੋਸ਼ਨ ਵਾਲੇ ਬੈਠੇ, ਹਾਂ ਪਟਿਆਲੇ ਸਾਨੂੰ 70 ਤੋਂ 75 ਦਿਨ ਹੋ ਗਏ। ਹਾਂ ਜੀ। 75 ਦਿਨਾਂ ਬਾਅਦ ਵੀ ਅਸੀਂ ਉੱਥੇ ਹੀ ਖੜੇ ਹਾਂ। 7 ਮਹੀਨਿਆਂ 'ਚ ਵੀ ਅਸੀਂ ਉੱਥੇ ਹੀ ਖੜੇ ਹਾਂ। ਜਦੋਂ ਅਸੀਂ ਜਾਂਦੇ ਹਾਂ ਉਹ ਮਲਟੀਪਲਾਈ ਫੈਕਟਰ 2 ਦੇਤਾ ਜੀ, ਤੁਹਾਡੀ ਇੰਨੀ ਕੁ ਮੰਨ ਲਈ, ਤੁਹਾਡੀਆਂ ਬਹੁਤ ਗੱਲਾਂ ਮੰਨ ਲਈਆਂ। ਤੇ ਸਾਨੂੰ ਫੇਰ ਪੁੱਛਣ ਲੱਗ ਜਾਂਦੇ ਦੱਸੋ ਤੁਸੀਂ ਕੀ ਚਾਹੁੰਦੇ ਹੋ। ਸਰਕਾਰ ਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਕਿਸਾਨ ਚਾਹੁੰਦਾ ਕੀ ਹੈ। ਦੇਣਾ ਤਾਂ ਦੂਰ ਦੀ ਗੱਲ ਹੈ। ਹਰ ਵਾਰੀ ਨਵੇਂ ਅਫਸਰ, ਨਵੀਂ ਕਮੇਟੀ, ਨਵੇਂ ਬੰਦੇ ਠੀਕ ਹੈ ਜੀ। ਬਹਿ ਜਾਂਦੇ ਆ, ਹਰ ਵਾਰੀ ਸਾਡੇ ਤੋਂ ਸੁਣ ਲੈਂਦੇ ਆ ਤੇ ਅਸੀਂ ਵਾਪਸ ਆ ਜਾਂਦੇ ਆ। ਪਰ ਹੁਣ ਜਿਹੜੀ ਸਾਡੀ ਰਣਨੀਤੀ ਹੈ ਉਹ ਸਾਨੂੰ ਵਧੀਆ ਬਣਾਉਣੀ ਪਊਗੀ। ਵਧੀਆ ਤਾਂ ਬਣੂਗੀ ਜੇ ਕਿਸਾਨ ਇਕਜੁੱਟ ਹੋਣਗੇ। ਪਹਿਲਾਂ ਤਾਂ ਸਾਡੇ ਲੋਕ, ਸਾਡੇ ਕਿਸਾਨ ਇਕੱਠੇ ਹੋ ਜਾਣ। ਸਾਡੇ ਕੀ ਚੱਲਦਾ, ਜੇ ਕਿਸੇ ਨੂੰ ਪ੍ਰਧਾਨ ਬਣਾਤਾ ਤੇ ਪ੍ਰਧਾਨ ਟੈਲੀਫੋਨ ਕਰੂਗਾ, ਪ੍ਰਧਾਨ ਗੱਡੀ ਭੇਜੂਗਾ, ਪ੍ਰਧਾਨ ਸਾਨੂੰ ਰੋਟੀ ਖਵਾਊਗਾ, ਪ੍ਰਧਾਨ ਲੈ ਕੇ ਜਾਊਗਾ। ਸਭ ਤੋਂ ਪਹਿਲਾਂ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਵਿੱਚ ਆ ਰਹੀਆਂ, ਸੜਕ ਦੇ ਵਿੱਚ ਆ ਰਹੀਆਂ, ਚਾਹੇ ਜਾਮਨਗਰ ਹੈ, ਚਾਹੇ ਕਟੜਾ ਐਕਸਪ੍ਰੈਸਵੇ ਹੈ, ਚਾਹੇ ਬਾਈਪਾਸ, ਜਿੱਥੇ ਵੀ ਆ ਰਹੀਆਂ, ਇਹਨਾਂ ਸਭ ਨੂੰ ਹੋਣਾ ਚਾਹੀਦਾ ਵੀ ਅਸੀਂ ਸਾਰੇ ਆਪ ਪ੍ਰਧਾਨ ਹੈ। ਜਿੱਥੇ ਵੀ ਕੋਈ ਆਵਾਜ਼ ਮਾਰਦਾ ਉੱਥੇ ਕੀੜਿਆਂ ਵਾਂਗੂ ਡਿੱਗ ਪਓ, ਉੱਥੇ ਇਕੱਠੇ ਹੋ ਕੇ ਡਿੱਗ ਪਓ। ਅਸੀਂ 25,000 ਕਿਸਾਨ ਕਹਿੰਦੇ ਆ ਵੀ ਅਸੀਂ ਇੱਕ ਪਲੇਟਫਾਰਮ 'ਤੇ 25,000 ਕਿਸਾਨ ਹੈ। ਜਿੱਦਣ 25,000 ਕਿਸਾਨ ਇੱਕ ਪਲੇਟਫਾਰਮ 'ਤੇ ਡਿੱਗ ਪਊਗਾ, ਸਰਕਾਰ ਆਪੇ ਬਦਲ ਜੂਗੀ। ਹੁਣ ਵੱਡੀਆਂ ਜਥੇਬੰਦੀਆਂ ਨੇ ਸਾਡੀ ਮਦਦ ਕਰਤੀ, ਪਰ ਉਹ ਕਹਿੰਦੇ ਮੂਹਰੇ ਤਾਂ ਤੁਸੀਂ ਲੱਗੋ, ਜਿਨ੍ਹਾਂ ਦੀ ਜਾਇਦਾਦ ਆਉਂਦੀ ਹੈ ਹੱਕ ਵੀ ਬਣਦਾ, ਸਾਡੇ ਤੋਂ ਮਦਦ ਲਓ। ਪਰ ਪਤਾ ਨਹੀਂ ਕਿਸਾਨ ਚਾਹੁੰਦਾ ਵੀ ਸਰਕਾਰ ਐਂ ਦੇ ਦੂਗੀ। ਜੇ ਸਰਕਾਰ ਐਂ ਦੇਣ ਵਾਲੀ ਹੁੰਦੀ ਹੋਵੇ ਫਿਰ ਐਜੀਟੇਸ਼ਨ ਕਿਉਂ ਕਰੀਏ, ਆਪਾਂ ਲੜੀਏ ਕਿਉਂ, ਆਪਾਂ ਸੜਕਾਂ 'ਤੇ ਕਿਉਂ ਆਈਏ। ਸਰਕਾਰ ਨੂੰ ਪਤਾ ਹੈ ਵੀ ਜੇ ਕਿਸਾਨ ਨੂੰ ਅਸੀਂ 40-50 ਲੱਖ ਰੁਪਇਆ ਦੇਦਾ ਤੇ ਇਹ ਗਿੱਧਾ ਪਾਉਣ ਲੱਗ ਜੂ। ਸਾਨੂੰ ਇਹ ਪਤਾ ਹੈ ਵੀ ਸਾਡਾ 4 ਗੁਣਾ ਮੁਆਵਜ਼ਾ ਬਣਦਾ, ਜਾਂ ਤਾਂ 4 ਗੁਣਾ ਸਾਨੂੰ ਜ਼ਮੀਨ ਦੇ ਸਰਕਾਰ। 4 ਗੁਣਾ ਹੀ ਕਹਿੰਦੇ ਆ, 4 ਗੁਣਾ ਜ਼ਮੀਨ ਦੇ ਦਿਓ। ਜ਼ਮੀਨ ਦੇ ਵੱਟੇ 1 ਕਿੱਲੇ ਦੇ ਵੱਟੇ 4 ਕਿੱਲੇ ਦੇ ਦਿਓ, ਤਾਂ ਵੀ ਅਸੀਂ ਕਿਸਾਨਾਂ ਨੂੰ ਮਨਾ ਲਾਂਗੇ। ਘਰ ਦੇ ਬਦਲੇ ਘਰ ਦੇ ਦਿਓ, ਅਸੀਂ ਤਾਂ ਵੀ ਕਿਸਾਨਾਂ ਨੂੰ ਮਨਾ ਲਾਂਗੇ। ਪਰ ਇਹ ਨਹੀਂ ਨਾ ਵੀ ਅਸੀਂ ਤੁਹਾਨੂੰ ਰੁਪਈਏ ਦੇ ਰਹੇ ਹਾਂ, 4 ਗੁਣਾ ਦੇ ਰਹੇ ਹਾਂ, ਸਾਡੇ ਤੇ ਆਸਾਨ ਵੀ ਕਰ ਰਹੇ ਹੋ ਤੇ ਦੇ ਵੀ ਕੁਛ ਨਹੀਂ ਰਹੇ। 4 ਗੁਣਾ ਕਿਵੇਂ ਹੋ ਗਿਆ? 40 ਲੱਖ ਜਾਂ 35 ਲੱਖ ਰੁਪਏ 4 ਗੁਣਾ ਕਿੱਥੇ ਬਣ ਗਿਆ? ਨਾ ਕੁਛ ਵੀ ਨਹੀਂ ਬਣਦਾ ਹੈਗਾ ਜੀ। ਜਦੋਂ ਇਹ ਪੈਸੇ ਸਰਕਾਰ ਨੇ ਸਾਨੂੰ ਦੇਤੇ ਤਾਂ ਦੂਜੀਆਂ ਜ਼ਮੀਨਾਂ ਦੇ ਰੇਟ ਵੀ ਵੱਧ ਜਾਣਗੇ। ਫਿਰ ਅਸੀਂ ਕਿੱਥੇ ਜ਼ਮੀਨਾਂ ਲਵਾਂਗੇ? ਪੈਸਾ ਖਤਮ ਹੋ ਜੂ। ਵੱਧ ਤੋਂ ਵੱਧ ਇੱਕ ਕਿੱਲੇ ਦੀ ਇੱਕ ਗੱਡੀ ਆਊਗੀ। 35-40 ਲੱਖ ਤੋਂ ਥੱਲੇ ਕੋਈ ਚੱਜ ਦੀ ਕਾਰ ਨਹੀਂ ਆਉਂਦੀ। ਜੇ ਮੈਂ ਸਿੱਧੀ ਜੀ ਗੱਲ ਦੱਸਦਾ, ਮੁੰਡਿਆਂ ਨੇ ਖੜਾ ਨਹੀਂ ਛੱਡਣਾ। ਮੋਬਾਈਲ ਆਓ ਲੱਖ 1.5 ਲੱਖ ਦੇ ਹੋਏ ਪਏ ਆ। ਕਿਹੜੀਆਂ ਜ਼ਮੀਨਾਂ ਬਣਨਗੀਆਂ? ਰੁਜ਼ਗਾਰ ਵੀ ਚਲਿਆ ਜਾਊ, ਜ਼ਮੀਨ ਵੀ ਚਲੀ ਜਾਊ ਤੇ ਪੈਸਾ ਵੀ ਚਲਿਆ ਜਾਊਗਾ। ਕਿਸਾਨ ਮੰਦੇ ਹਾਲ 'ਚ ਚਲਿਆ ਜਾਊ ਪੰਜਾਬ ਦਾ। ਨਹੀਂ ਚਲੋ ਜੀ, ਉਹਦੇ ਇੱਕ ਗੱਲ ਹੋਰ ਵੀ ਹੈ ਜੀ। ਪ੍ਰਧਾਨ ਜੀ ਆਪਾਂ ਨੇ ਜੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਸਾਰਿਆਂ ਨੂੰ। ਤੇ ਵੇਖੋ ਤੁਸੀਂ ਸਾਡੇ ਪ੍ਰਧਾਨ ਹੋ, ਜਿਵੇਂ ਕਿਹਾ ਆਪਾਂ ਉਵੇਂ ਤੁਸੀਂ ਡੰਡਾ ਕਿਹਾ, ਝੰਡਾ ਕਿਹਾ, ਜਿਵੇਂ ਕਿਹਾ ਨੰਗੇ ਪੈਰੀ ਪਿਆ, ਅਸੀਂ ਤਾਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਹਾਂ। ਤੇ ਠੀਕ ਹੈ ਜੀ। ਹੁਣ ਆਪਣੀ ਲੜਾਈ ਦਾ ਇੱਕ ਮੋਟਾ ਜਿਹਾ ਸਵਾਲ ਇਹ ਵੀ ਜੱਟਾਂ ਵਾਲੇ ਹਿਸਾਬ 'ਚ ਹੀ ਵੀ ਤੁਹਾਡੇ ਨਾਲ ਆਪਾਂ ਪੈਲੀਆਂ ਤੋਂ ਸ਼ੁਰੂ ਹੋਏ ਹਾਂ ਲੜਨਾ, ਠੀਕ ਹੈ। ਅੱਗੇ ਲੜੇ, ਆਪਾਂ ਧਰਨੇ ਦਿੱਤੇ, ਉਦੋਂ ਬਾਅਦ ਪਟਿਆਲੇ ਆਏ, ਕੇਸ ਹੋਏ, ਸਿਰਫ ਕਾਹਦੇ ਵਾਸਤੇ? ਇੱਕ ਮੀਟਿੰਗ ਵਾਸਤੇ। ਤੇ ਮੀਟਿੰਗ ਦਾ ਜ਼ਰੂਰ ਦੱਸੋ ਵੀ ਕੀ ਲੱਗਦਾ ਵੀ ਤੁਹਾਨੂੰ ਵੀ ਇੰਨਾ ਕੁਝ ਕਰਕੇ ਪਰ ਕਦੇ ਪਰਚੇ ਪਾਤੇ, ਕਦੇ ਟਰੈਕਟਰ ਪੰਨ, ਡਾਂਗਾ ਅੱਖਾਂ, ਪੈਲੀਆਂ ਤੋਂ ਕਿੱਥੋਂ ਸ਼ੁਰੂ ਹੋਏ, ਕਿੱਥੋਂ ਜਿਵੇਂ ਇੰਨੀ ਬਿਮਾਰੀ ਦੇ ਟਾਈਮ 'ਚ ਆਪਾਂ ਲੜੇ ਆ ਮਹੀਨੇ ਤੋਂ ਉੱਤੇ, ਵੀ ਉਹਦਾ ਦੱਸੋ, ਵੀ ਮੀਟਿੰਗ ਦਾ ਦੱਸੋ ਵੀ ਜਿਹੜੀ ਕੀਤੀ ਹੈ ਸਰਕਾਰ ਨੇ ਕੀ ਮੁੱਲ ਪਾਇਆ ਆਪਣਾ? ਮੀਟਿੰਗ ਦਾ ਹਜੇ ਕੋਈ ਮੁੱਲ ਨਹੀਂ ਪਿਆ। ਸਾਨੂੰ 4 ਦਿਨਾਂ 'ਚ ਇੱਕ ਚਿੱਠੀ ਹੋਰ ਮੰਗੀ ਹੈ, ਦੁਬਾਰਾ ਮੰਗੀ ਹੈ, ਜਿਹੜੀ ਕਿ ਸਾਡੇ ਤੋਂ ਚਿੱਠੀ 70 ਦਿਨ ਪਹਿਲਾਂ ਵੀ ਮੰਗ ਸਕਦੇ ਸੀ ਵੀ ਤੁਸੀਂ ਆਹ ਚਿੱਠੀ ਦਿਓ, ਆਪਦੀਆਂ ਮੰਗਾਂ ਲਿਖ ਕੇ ਦਿਓ, ਅਸੀਂ ਵਿਚਾਰ ਕੇ ਤੁਹਾਨੂੰ ਬੁਲਾਉਂਦੇ ਆ। ਤੁਹਾਨੂੰ ਪਹਿਲਾਂ ਵਿਚਾਰ ਲਈਏ ਸੀ,
ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਤਾਂ ਸਾਨੂੰ ਪੁੱਛਣ ਲੱਗ ਜਾਂਦੇ ਵੀ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ। ਹੁਣ ਉਹ ਸਰਵਿਸ ਲੇਨ ਕਹਿ ਰਹੇ ਆ ਵੀ ਸਰਵਿਸ ਲੇਨ ਤੁਹਾਡੀ ਪਾਸ ਹੋ ਗਈ ਸੀਗੀ, ਉਹ ਸਟੈਪ ਦੇ ਵਿੱਚ ਹੈ, ਕਿਤੇ ਟੋਟਾ ਲੱਗ ਜੂਗਾ ਕਿਤੇ ਨਹੀਂ ਲੱਗ ਜੂਗਾ, ਤੇ ਜਿੱਥੇ ਟੋਟਾ ਲੱਗ ਗਿਆ ਉਹ ਤਾਂ ਠੀਕ ਹੈ, ਦੂਜਾ ਵਿਚਾਰਾ ਕਿੱਧਰ ਜਾਊਗਾ। ਹੁਣ ਕਹਿੰਦਾ ਮੁੱਖ ਮੰਤਰੀ ਸਾਹਿਬ ਨੇ ਫੇਰ ਚਿੱਠੀ ਭੇਜੀ ਆ, ਉਹਦੇ ਤੇ ਵੀ ਸਾਡੇ ਤੇ ਆਸਾਨ ਹੋ ਰਿਹਾ ਵੀ ਜਿਵੇਂ ਸਾਡੇ ਤੇ ਪਤਾ ਨਹੀਂ ਸਰਕਾਰ ਨਿਬੇੜਨਾ ਕਿਉਂ ਨਹੀਂ ਚਾਹੁੰਦੀ, ਮੈਨੂੰ ਨਹੀਂ ਸਮਝ ਆ ਰਹੀ, ਜਾਂ ਸਾਡੇ ਤੋਂ ਸਮਝਾਇਆ ਨਹੀਂ ਜਾ ਰਿਹਾ। ਲੜੀ ਜਾਂਦੇ ਆ, ਪਰਚੇ ਦਰਜ, ਇੱਕ ਮੀਟਿੰਗ ਵਾਸਤੇ ਸਾਡੇ ਤੇ 21 ਬੰਦੇ ਦੇ ਪਰਚੇ ਦਰਜ ਹੋ ਗਏ। ਫਿਰ ਮੇਰੇ ਭਰਾ ਕਹਿ ਦਿੰਦੇ ਆ ਯਾਰ ਤੂੰ ਗੱਲ ਨਾ ਕਰਿਆ ਕਰ, ਦੱਸਿਆ ਨਾ ਕਰ। ਮੈਂ ਕਿਹਾ ਜੀ ਬੋਲਿਆ ਜਾਂਦਾ, ਅੱਖ ਕੇ ਬੋਲਦਾ, ਕਿਉਂਕਿ ਸਾਡੇ ਵੀ ਹੁਣ ਘੱਟੋ ਘੱਟ ਐ ਲਾ ਲਓ 13 ਪ੍ਰਧਾਨ ਆ, ਅਸੀਂ ਪੰਜਾਬ ਪ੍ਰਧਾਨ ਹੈ, ਕੋਆਰਡੀਨੇਟਰ ਹੈ, ਫਿਰ ਬਲਾਕ ਪ੍ਰਧਾਨ ਹੈ, ਫਿਰ ਉਹ ਸਾਰਿਆਂ ਦੀ ਮੰਨਣੀ ਪੈਂਦੀ ਹੈ। ਤੇ ਜੇ ਕਿਤੇ ਲੜਾਈ ਇਹ 2-4 ਬੰਦਿਆਂ ਦੀ ਹੁੰਦੀ, ਸਿੱਧੀ ਲੜਾਈ ਹੁੰਦੀ, ਹੁਣ ਆਪਾਂ ਨਿਬੇੜ ਵੀ ਦਿੰਦੇ। ਪਰਚੇ ਪੁਰਚਿਆਂ ਤੋਂ ਨਹੀਂ ਮੈਂ ਡਰਦਾ ਸੀ, ਹੁਣ ਤਾਂ ਮੈਂ ਕਹਿੰਦਾ ਵੀ ਭੇਜੋ ਜਿੱਥੇ ਭੇਜਣਾ। ਮੈਂ ਤਾਂ ਹੁਣ ਵੀ ਕਹਿ ਦਿੰਦਾ ਮੇਰੇ ਕਿਸਾਨਾਂ ਨੂੰ ਹੱਕ ਮਿਲ ਜੇ ਯਾਰ, ਜਿਹੜੇ ਪਰਚੇ ਦਰਜ ਕਰਨੇ ਕਰ ਲਓ। ਅੱਜ ਪਲਾਨ ਕੀਤੀ ਹੈ ਤਿਆਰ ਵੀ ਜੇ ਹੁਣ ਨਹੀਂ ਠੀਕ ਆਉਂਦੇ, ਹੁਣ ਆਪਾਂ ਅਫਸਰਾਂ ਨੂੰ ਘੇਰੀਏ, 10 ਟਰੈਕਟਰਾਂ ਨਾਲ ਘੇਰਾ ਪਾਈਏ, ਜਿਵੇਂ ਬੀਜੇਪੀ ਵਾਲਿਆਂ ਨਾਲ ਹੋ ਰਿਹਾ ਉਵੇਂ ਕਾਂਗਰਸੀਆਂ ਨਾਲ ਕਰੀਏ। ਜਿਹੜੇ ਕਾਂਗਰਸ ਦੇ ਲੀਡਰ ਹੈ ਇਹਨਾਂ ਨੂੰ ਵੀ ਘੇਰਨਾ ਸ਼ੁਰੂ ਕਰ ਦਈਏ, ਫਿਰ ਇਹਨਾਂ ਨੂੰ ਮਾੜਾ ਮੋਟਾ ਇਹਨਾਂ ਦੇ ਪਰਿਵਾਰ ਨੂੰ ਪਤਾ ਲੱਗੂ ਤਕਲੀਫ ਕੀ ਹੁੰਦੀ ਹੈ। ਤੇ ਜਿਹੜੀ ਗੱਲ ਪ੍ਰਧਾਨ ਜੀ ਵੇਖੋ ਸਾਰਿਆਂ ਨੂੰ ਵੱਡੀ ਗੱਲ ਤੇ ਹੁਣ ਤੁਹਾਡੇ ਨਾਲ ਆਉਂਦੇ ਵੀ ਆ, ਗੱਲਬਾਤ ਵੀ ਕਰਨੇ ਆ। ਵੇਖੋ ਅਸੀਂ ਆਸ ਸਰਕਾਰ ਤੋਂ ਬੜੇ ਚਿਰ ਦੀ ਛੱਡ ਛੜੀ ਹੈ, ਸਾਡੇ ਰੁਜ਼ਗਾਰ ਖਤਮ ਕਰਤੇ, ਕਰੋਨਾ ਦੇ ਟਾਈਮ ਲੋਕਡਾਊਨ ਦੇ ਟਾਈਮ ਘਾਟੇ ਪੈ ਗਏ, ਆਸ ਤੇ ਹੈ ਕੋਈ ਨਹੀਂ ਸੀ ਹੈਗੀ, ਪਰ ਤੁਹਾਡੇ ਕੋਲ ਆਉਂਦੇ ਸਾਨੂੰ ਹੌਸਲਾ ਮਿਲਦਾ ਸੀ। ਠੀਕ ਹੈ, ਤੂੰ ਆਸਾਵਾਦੀ ਸੋਚ ਸੀ, ਤੁਹਾਨੂੰ ਵੇਖ ਕੇ ਸਾਡਾ ਵੀ ਦਿਲ ਕਰਦਾ ਵੀ ਕੁਛ ਨਾ ਕੁਛ ਕਰੇਗਾ ਹੈ, ਪਰ ਹੁਣ ਇਹ ਹਿਸਾਬ ਕਿਤਾਬ ਅੱਗੇ ਕਿਵੇਂ ਚੱਲੇਗਾ ਜੀ? ਦੇਖੋ ਮੈਂ ਇੱਕ ਗੱਲ ਦੱਸਾਂ, ਜਿਹੜੀਆਂ ਆਪਣੀਆਂ ਮੰਗਾਂ ਬਿਲਕੁਲ ਜਾਇਜ਼ ਮੰਗਾਂ, ਅਸੀਂ ਕਹਿੰਦੇ ਹਾਂ ਸਾਡੀ ਜ਼ਮੀਨ ਦਾ ਰੇਟ 25 ਲੱਖ ਰੁਪਈਆ, ਮਲਟੀਪਲਾਈ ਫੈਕਟਰ 200% ਸਲੇਸ਼ੀਅਮ, ਸਾਡੇ ਜਿਹੜੇ ਪੱਤੇ ਬਣਦੇ ਆ ਸਾਨੂੰ ਦੇ ਕੇ ਸਾਨੂੰ ਘਰੇ ਤੋਰੋ। ਇਹਦੇ 'ਚ ਇੱਕ ਵੀ ਡਿਮਾਂਡ ਜੇ ਗਲਤ ਹੋਵੇ ਤਾਂ ਮੈਂ ਦੇਣਦਾਰ ਹਾਂ, ਜੇ 1 ਰੁਪਏ ਦਾ ਵੀ ਹੇਰ ਫੇਰ ਹੋਵੇ। ਮੇਰੇ ਹੌਸਲੇ ਬੁਲੰਦ ਹੈ, ਮੈਨੂੰ ਸਿਰਫ ਏਕਾ ਤੇ ਕਿਸਾਨਾਂ ਦਾ ਇਕਜੁੱਟ ਚਾਹੀਦਾ। ਜੇ ਅਸੀਂ ਇੱਥੇ ਕਿਤੇ ਸਾਡਾ ਅਵਾਰਡ ਕਰ ਵੀ ਦਿੰਦੇ ਆ, ਅਸੀਂ ਇਹਨਾਂ ਦੇ ਅਫਸਰ ਘੇਰਾਂਗੇ। ਜੇ ਸਾਡੇ ਉੱਤੇ ਪਰਚੇ ਦਰਜ ਹੋ ਜਾਂਦੇ ਫਿਰ ਇਹ ਖੇਤਾਂ 'ਚ ਆਉਣਗੇ, ਅਸੀਂ ਉੱਥੇ ਘੇਰਾਂਗੇ। ਹਜੇ ਤਾਂ ਬੜੇ ਮੋੜ ਹੈ, ਹਜੇ ਲੜਾਈ ਨਹੀਂ ਮੁੱਕਦੀ। ਜੇ ਤੁਸੀਂ ਕਹੋ ਨਾ ਵੀ 10 ਦਿਨਾਂ 'ਚ 20 ਦਿਨਾਂ 'ਚ ਮਹੀਨੇ 'ਚ ਲੜਾਈ ਮੁੱਕ ਜੂ, ਹੋ ਸਕਦਾ ਸਾਨੂੰ 1 ਸਾਲ ਲੜਨਾ ਪੈ ਜੇ। ਪਰ ਕਿਸਾਨ ਇਹ ਸੋਚ ਲਿਆ ਜੀਰੀ ਬੀਜ ਲਈ, ਪਹਿਲਾਂ ਅਸੀਂ ਕਣਕ ਵੱਢ ਲਈ, ਅਸੀਂ ਵਿਹਲੇ ਹੋ ਕੇ ਮੋਰਚਾ ਲਾ ਲਿਆ। ਜੀਰੀ ਬੀਜ ਲਓ, ਮੋਰਚੇ ਤੇ ਆ ਜਾਓ, ਤੁਸੀਂ ਛੁੱਟੀ ਲਓ ਵਿੱਚ ਦੀ, ਗੇੜੇ ਲਾਓ, ਪਰ ਇਹਨੂੰ ਸਰਕਾਰ ਨੂੰ ਭਜਾ ਕੇ ਰੱਖੋ ਨਾਲ। ਇਸ ਲਈ ਕਿਸਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਦਾ, ਹੌਸਲੇ ਬੁਲੰਦ ਰੱਖੋ, ਚੜ੍ਹਦੀ ਕਲਾ 'ਚ ਰਹੋ। ਸਰਕਾਰ ਝੁਕੂਗੀ, ਇਹ ਵੱਡੇ ਲੀਡਰ ਵੱਡੇ ਅਫਸਰ ਸਾਹਿਬ ਵੀ ਕਹਿੰਦੇ ਆ, ਜਿੰਨਾ ਚਿਰ ਆਪਣਾ ਇੱਕ ਹੈ, ਜੇ ਇੱਕੇ 'ਚ ਫਰਕ ਪੈ ਗਿਆ ਫਿਰ ਧੋਖਾ ਖਾ ਜਾਓਗੇ। ਤੇ ਅਦਰਵਾਈਜ਼ ਮੈਂ ਨਹੀਂ ਮੰਨਦਾ ਵੀ ਆਪਾਂ ਸਰਕਾਰ ਨੂੰ ਝੁਕਾ ਨਹੀਂ ਸਕਦੇ। ਅੱਗੇ ਇਲੈਕਸ਼ਨ ਟਾਈਮ ਆ ਗਿਆ ਫਿਰ ਭਜਾ ਲਾਂਗੇ, ਹਜੇ ਰੁਕ ਜਾਓ। ਇਸ ਤੋਂ ਬਾਅਦ ਜਦੋਂ ਆਪਾਂ ਇਹਨਾਂ ਦੇ ਲੀਡਰ ਘੇਰਨੇ ਸ਼ੁਰੂ ਕਰਤੇ, ਆਪਾਂ ਇਹਨਾਂ ਨੂੰ ਅੰਦਰ ਵੜਾਂਗੇ। ਹੁਣ ਇਹਨਾਂ ਦੇ ਲੀਡਰਾਂ ਨੂੰ ਸਾਰੇ ਜ਼ਿਲ੍ਹੇ ਫੈਸਲਾ ਲੈ ਲਓ ਵੀ ਇਹਨਾਂ ਦੇ ਲੀਡਰਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ, ਪੂਰਾ ਤਾਕਤ ਨਾਲ ਲੜੋ, ਡਰ ਛੱਡ ਕੇ। ਪਰਮਾਤਮਾ ਦਾ ਯਕੀਨ ਰੱਖੋ ਵੀ ਜੇ ਤੁਹਾਡੇ ਹੱਕ ਤੁਹਾਨੂੰ ਮਿਲਣਗੇ ਤਾਂ 100% ਪਰਮਾਤਮਾ ਦਬਾਊਗਾ, ਤੇ ਜੇ ਨਹੀਂ ਹੈਗੇ ਤੇ ਫਿਰ ਆਪਾਂ ਲੜਾਈ 'ਚ ਕਸਰ ਨਾ ਛੱਡੋ ਆਪਦੀ। ਠੀਕ ਹੈ ਪ੍ਰਧਾਨ ਜੀ, ਬਹੁਤ ਬਹੁਤ ਧੰਨਵਾਦ। ਤੇ ਇੱਕ ਵਾਰੀ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹਦਾ ਪ੍ਰਧਾਨ ਸਾਹਿਬ ਸਾਨੂੰ ਇਹ ਗੱਲਬਾਤ ਕਰਕੇ ਇਹਨਾਂ ਨਾਲ ਬੜਾ ਚੰਗਾ ਲੱਗਾ। ਤੇ ਇੱਕ ਨਿੱਕੀ ਜਿਹੀ ਗੱਲ ਹੋਰ ਆਈ, 1 ਮਿੰਟ ਪ੍ਰਧਾਨ ਜੀ ਬੇਨਤੀ ਹੈ ਥੋੜੀ ਜੀ। ਵੇਖੋ ਮੇਰੀ ਗੱਲ ਸੁਣੋ, ਪਤਾ ਗੱਲ ਹੈ ਮਨ ਤੁਹਾਡਾ ਭਰਿਆ ਲੱਗਦਾ ਹੈ, ਠੀਕ ਹੈ, ਜਿਵੇਂ ਮੈਨੂੰ ਵੀ ਲੱਗਣ ਦਿਆ ਹੈ। ਤੇ ਹੁਣ ਜਿਹੜੇ ਮੇਰੇ ਵਰਗੇ ਵੀਰ ਅੱਜ ਵੀ ਘਰ ਬੈਠੇ ਨੇ, ਠੀਕ ਹੈ, ਚਾਹੇ ਪੈਲੀ ਆਉਂਦੀ ਹੈ ਚਾਹੇ ਮੇਰੇ ਵਾਂਗੂ ਨਹੀਂ ਆਉਂਦੀ ਕਿਸੇ ਦੀ, ਉਹਨਾਂ ਨੂੰ ਕੀ ਆਖੋਗੇ? ਅੱਜ ਕਿਸੇ ਦੇ ਘਰ ਅੱਗ ਲੱਗੀ ਹੈ, ਕੱਲ੍ਹ ਵਾਰੀ ਤੇ ਡਰ ਤੇ ਇਸੇ ਗੱਲ ਦਾ। ਮੇਰਾ ਮਨ ਇਸ ਕਰਕੇ ਭਰਿਆ ਹੈ ਕਿ ਜਦੋਂ ਮੈਂ ਇੱਥੋਂ ਗਿਆ ਸੀ ਨਾ, ਮੈਂ ਬੜੀ ਉਮੀਦ ਕਰਕੇ ਗਿਆ ਸੀ ਵੀ ਸਰਕਾਰ ਇੰਨੀ ਬੋਲੀ ਨਹੀਂ ਹੋ ਸਕਦੀ। ਵੀ ਚਾਰ ਮੀਟਿੰਗਾਂ ਹੋ ਗਈਆਂ, 6 ਮਹੀਨੇ ਹੋ ਗਏ ਸਾਨੂੰ ਸੜਕ ਤੇ ਬੈਠੇ, ਤੇ ਐਤਕੀ ਫੈਸਲਾ ਹੋ ਜਾਊਗਾ। ਪਰ ਜਿਹੜੀਆਂ 4 ਮੀਟਿੰਗਾਂ ਪਹਿਲਾਂ ਤੋਂ ਜਿੱਥੋਂ ਸ਼ੁਰੂਆਤ ਹੋਈ ਉੱਥੇ ਫਿਰ ਸ਼ੁਰੂਆਤ ਹੋ ਗਈ, ਫਿਰ ਸਾਨੂੰ ਸਵਾਲ ਜਵਾਬ ਕੀਤੇ ਗਏ, ਦੱਸੋ ਹੱਲ ਕੀ ਹੈ, ਫਲਾਣਾ ਕੀ ਹੈ, ਫਿਰ ਕਾਨੂੰਨ ਦਾ ਵਾਸਤਾ, ਫਿਰ ਉੱਥੇ ਤਕਲੀਫ ਬਹੁਤ ਹੋਈ। ਮੇਰਾ ਤਾਂ ਦਿਲ ਕਰਦਾ ਵੀ ਅਗਲੀ ਮੀਟਿੰਗ 'ਚ ਵੀ ਨਾ ਜਾਈਏ, ਵੀ ਇਹਨਾਂ ਨੂੰ ਇੱਥੇ ਹੀ ਬੁਲਾਈਏ ਘੇਰ ਕੇ, ਵੀ ਆ ਕੇ ਹਾਲ ਤਾਂ ਦੇਖੋ ਜੱਟਾਂ ਦਾ। ਮੈਂ ਮੰਨਦਾ ਵੀ 2 ਦਿਨ ਨਹੀਂ ਸਰਕਾਰ ਆਉਂਦੀ, 3 ਦਿਨ ਨਹੀਂ ਆਉਂਦੀ, 4 ਦਿਨ ਨਹੀਂ ਆਉਂਦੀ, 5 ਦਿਨ ਨਹੀਂ ਆਉਂਦੀ। ਜਿਹੜੇ ਪੈਨਲ ਨੂੰ ਅਸੀਂ 4 ਵਾਰੀ ਮਿਲਣ ਚਲੇ ਗਏ, ਉਹ ਪੈਨਲ ਨੂੰ 1 ਵਾਰੀ ਬੁਲਾ ਲਈਏ ਵੀ ਆਹ ਕਿਸਾਨਾਂ ਦਾ ਕਸੂਰ ਕੀ ਹੈ ਦੱਸ ਦਿਓ। ਕਰੋਨਾ ਟਾਈਮ ਚੱਲਦਾ ਸੀ, ਇੱਕ ਵਾਸਤਾ ਦਿੱਤਾ, ਅਸੀਂ ਕਿਹਾ ਜੀ ਕੈਪਟਨ ਸਾਹਿਬ ਉਹਨਾਂ ਚਿਰ ਇਹਨੂੰ ਡਿਲੇ ਕਰਦੇ ਜਿੰਨਾ ਚਿਰ ਕਰੋਨਾ ਦਾ ਵਾਸਤਾ ਚੱਲਦਾ, ਉਦੋਂ ਬਾਅਦ ਕੈਪਟਨ ਸਾਹਿਬ ਆਪਦੀ ਤਾਕਤ ਲਾਉਣ ਤੇ ਅਸੀਂ ਆਪਦੀ ਲਾ ਲਾਂਗੇ। ਇਹ ਗੱਲ ਤੇ ਵੀ ਨਹੀਂ ਆਏ ਹੈਗੇ ਉਹ। ਠੀਕ ਹੈ, ਇਸ ਲਈ ਥੋੜਾ ਜਿਹਾ ਮਨ ਅੰਦਰੋਂ ਵੀ ਕਿ ਆਪਾਂ ਕਿਹੋ ਜਿਹੇ ਲੀਡਰ ਚੁਣ ਕੇ ਉੱਤੇ ਬਿਠਾ ਲੈਂਦੇ ਆ, ਜਿਨ੍ਹਾਂ ਨੂੰ ਸਾਡੇ ਦੁੱਖ ਦਾ ਨਹੀਂ ਪਤਾ, ਸਾਡੇ ਸੁੱਖ ਦਾ ਨਹੀਂ ਪਤਾ, ਸਾਡੀ ਤਕਲੀਫ ਦਾ ਨਹੀਂ ਪਤਾ। ਉਹ ਤਾਂ ਇਹ ਸੋਚਦੇ ਵੀ ਜਾਨਵਰ ਹੈ, ਜੇ 2-4 ਮਰ ਵੀ ਜਾਣਗੇ ਤਾਂ ਕੀ ਹੈ। ਪਰ ਜਦੋਂ ਇਹਨਾਂ ਦੇ ਘਰ ਦਾ ਕੋਈ ਇਹੋ ਜਿਹਾ ਹਾਦਸਾ ਹੁੰਦਾ ਨਾ ਮੰਤਰੀਆਂ ਦੇ, ਤੇ ਫਿਰ ਤਕਲੀਫ ਪਤਾ ਲੱਗਦੀ ਹੈ। ਕੋਈ ਨਾ ਇਹਨਾਂ ਦੇ ਘਰ ਤੱਕ ਜਾਵਾਂਗੇ, ਅਸੀਂ ਛੱਡਦੇ ਨਹੀਂ ਇਹਨਾਂ ਨੂੰ। ਘਬਰਾਓ ਨਾ, ਤੁਸੀਂ ਸਾਰੇ ਕਿਸਾਨ ਤਕੜੇ ਹੋ ਕੇ ਲੜੋ। ਤੇ ਜਿਹੜੇ ਵੀਰ ਘਰ ਬੈਠੇ ਨਾ, ਇੱਕ ਵਾਰੀ ਉਹਨਾਂ ਨੂੰ ਕੀ 2 ਸ਼ਬਦ ਆਖੋ। ਮੈਂ ਕੁਝ ਨਹੀਂ ਕਹਿੰਦਾ ਉਹਨਾਂ ਨੂੰ, ਮੈਂ ਕਹਿੰਦਾ ਯਾਰ ਆਪਦੇ ਹੱਕ ਲਈ
ਲੜ ਲਓ, ਹਾਂ ਕੱਲ੍ਹ ਨੂੰ ਤੁਸੀਂ ਸ਼ਰਮਿੰਦਾ ਨਹੀਂ ਹੋਵੋਗੇ, ਤਕੜੇ ਹੋ ਕੇ ਲੜ ਲਓ, ਕੁਛ ਨਾ ਕੁਛ ਮਹਾਰਾਜ ਕਿਰਪਾ ਕਰਨਗੇ। ਆਪਣੇ ਹੱਕ ਲਏ ਬਿਨਾਂ ਐਵੇਂ ਜੇ ਤੁਸੀਂ ਅੰਦਰ ਵੜ ਜਾਓਗੇ ਤਾਂ ਫਿਰ ਕੱਲ੍ਹ ਨੂੰ ਕੋਈ ਹੋਰ ਆ ਜਾਊਗਾ, ਉਹ ਵੀ ਮਾਰ ਦੂਗਾ, ਤੁਹਾਨੂੰ ਘਰੋਂ ਵੀ ਕੱਢ ਦੂਗਾ। ਇਸ ਲਈ ਹੁਣ ਜੇ ਤੁਹਾਡੇ ਘਰ 'ਚ ਵੜਦੇ ਆ ਤਾਂ ਇਹਨਾਂ ਨੂੰ ਕੇਰਾ ਸਬਕ ਸਿਖਾ ਦਿਓ, ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੇਖਾਂਗੇ। ਠੀਕ ਹੈ ਪ੍ਰਧਾਨ ਜੀ, ਧੰਨਵਾਦ ਜੀ ਬਹੁਤ ਬਹੁਤ। ਤੇ ਲਓ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਵੀਰ ਇਹ ਸਾਡੇ ਪ੍ਰਧਾਨ, ਪਤਾ ਕੀ ਚੱਕਰ ਹੈ, ਬਹੁਤ ਦਿੱਕਤ ਆਉਂਦਾ ਜੀ, ਕਿਉਂਕਿ ਇੰਨਾ ਟਾਈਮ ਹੋ ਗਿਆ ਧਰਨਾ ਲਾਏ ਨੂੰ, ਬਿਮਾਰੀ ਦਾ ਟਾਈਮ ਹੈ, ਬੱਚੇ ਨੇ ਘਰ ਮਹੀਨੇ ਤੋਂ ਉੱਤੇ ਹੋ ਗਈ ਹੈ ਦਿੱਕਤ, ਪਰ ਫਿਰ ਵੀ ਹੌਸਲਾ ਵੇਖ ਕੇ ਇਹਨਾਂ ਦਾ ਬੜਾ ਦਿਲ ਹੋਇਆ, ਕਿਉਂਕਿ ਜਦੋਂ ਸਾਡੇ ਪ੍ਰਧਾਨ ਨੇ ਮਾੜੇ ਮੋਟੇ ਢਿੱਲੇ ਪੈ ਜਾਣ ਨਾ, ਪਰ ਇਹਨਾਂ ਦਾ ਵੀ ਕਸੂਰ ਕੋਈ ਨਹੀਂ ਹੈਗਾ, ਕਿਉਂਕਿ ਬੜੇ ਬੱਚਿਆਂ ਦੀ ਜ਼ਿੰਮੇਵਾਰੀ ਹੈ, ਪਰਿਵਾਰਾਂ ਦੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਜੇ ਕੋਈ ਗੱਲਬਾਤ ਹੁੰਦੀ ਹੈ। ਤੇ ਵੀਰ ਬੇਨਤੀ ਕਰ ਰਿਹਾ ਵਾਹ ਆਇਆ ਕਰੋ, ਭੀੜ ਇਕੱਠੀ ਕਰਨ ਦੀ ਲੋੜ ਕੋਈ ਨਹੀਂ ਹੈਗੀ, ਕੋਈ ਆ ਗਿਆ ਕੋਈ ਤੁਰ ਗਿਆ ਹੈ ਕਿ ਨਹੀਂ, ਬਿਮਾਰੀ ਦਾ ਟਾਈਮ ਹੈ। ਬਾਕੀ ਆਪਣਾ ਬਚਾਅ ਰੱਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜਿਹੜੇ ਵੀਰ ਘਰ ਬੈਠੇ, ਕਿਉਂਕਿ ਅੱਜ ਵੇਖੋ ਵਾਰੀ ਸਾਰਿਆਂ ਦੀ ਆ ਜਾਣੀ ਹੈ। ਪਹਿਲਾਂ ਉਹ ਲੋਕਾਂ ਦੀ ਹੋਰਾਂ ਦੀ ਆਈ, ਠੀਕ ਹੈ, ਹੁਣ ਜ਼ਿਮੀਂਦਾਰਾਂ ਦੀ ਆਈ ਹੈ। ਸਿੱਧੀ ਗੱਲ ਹੈ, ਪਹਿਲਾਂ ਸਾਡੇ ਰੁਜ਼ਗਾਰ ਖਾ ਲਏ, ਜਿਵੇਂ ਪੋਲਟਰੀ ਫਾਰਮ ਦਾ ਕੰਮ ਕਰਦੇ ਆ, ਹੋਰ ਕੰਮ ਕਰਦੇ ਆ, ਪਹਿਲਾਂ ਉਹ ਖਾਦੇ ਕਿ ਸਾਰੇ, ਹੁਣ ਜ਼ਮੀਨਾਂ ਦੀ ਵਾਰੀ ਆ ਗਈ ਹੈ ਤੇ ਹੌਲੀ ਹੌਲੀ ਵਾਰੀ ਸਾਰਿਆਂ ਦੀ ਆ ਜਾਣੀ ਹੈ। ਤੇ ਫਿਰ ਘਰੋਂ ਵੱਧ ਤੋਂ ਵੱਧ ਨਿਕਲੋ ਤੇ ਸਾਥ ਦਿਓ ਤੇ ਆਪਣਾ ਬਚਾਅ ਰੱਖਿਆ ਜੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਤੇ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।